ਵਾਹ ਬੇਟਾ ਤ੍ਰਿਪਾਨਾ ਤੇ ਆਮੇਨ। ਸਭ ਭੈਣ ਭਾਈ ਯਿਸੂ ਮਸੀਹ ਦੀ ਸਲਾਮ। ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਅੱਜ ਦੇ ਦਿਨ ਤਾਜ ਦਾ ਸਮਾਂ ਦਿੱਤਾ ਕਿ ਅਸੀਂ ਸਭ ਭੈਣ ਭਾਈ ਮਿਲ ਕੇ ਪ੍ਰਭੂ ਦੀ ਮਹਿਮਾ ਦੀ ਵਡਿਆਈ ਕਰੀਏ, ਉਸ ਦਾ ਧੰਨਵਾਦ ਕਰੀਏ, ਉਸ ਦੇ ਵਚਨ ਪੜ੍ਹ ਕੇ ਆਪਣੇ ਭੈਣ ਭਰਾ ਸ਼ੇਅਰ ਕਰੀਏ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਵਿੱਤਰ ਬਾਈਬਲ ਵਿੱਚੋਂ ਨਵਾਂ ਐਤਨਾਮਾ Rome chapter 10, Romans chapter 10 verses 9 till 18। रोमिया chapter 10 9 ਤੋਂ 18 ਐਤਾਂ ਪੜਾਂਗੇ। Faith comes from what is preached, and what is preached from the word of God। ਜੇਕਰ ਤੁਸੀਂ ਆਪਣੇ ਮੂੰਹ ਨਾਲ ਕਹਿ ਕੇ ਮੰਨੋ ਕਿ ਯਿਸੂ ਪ੍ਰਭੂ ਹਨ ਅਤੇ ਆਪਣੇ ਮਨ ਨਾਲ ਵਿਸ਼ਵਾਸ ਕਰੋ ਕਿ ਪਰਮੇਸ਼ਰ ਨੇ ਉਹਨਾਂ ਅਰਥਾਤ ਯਿਸੂ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਹੈ, ਤਾਂ ਤੁਸੀਂ ਮੁਕਤੀ ਪਾਓਗੇ। ਕਿਉਂਕਿ ਮਨ ਨਾਲ ਵਿਸ਼ਵਾਸ ਕਰਨ ਦੁਆਰਾ ਅਸੀਂ ਪਰਮੇਸ਼ਰ ਸਾਹਮਣੇ ਉਚਿਤ ਠਹਿਰਦੇ ਹਾਂ ਅਤੇ ਮੂੰਹ ਦੁਆਰਾ ਸਵੀਕਾਰ ਕਰਨ ਰਾਹੀਂ ਮੁਕਤੀ ਪ੍ਰਾਪਤ ਕਰਦੇ ਹਾਂ। ਇਸ ਬਾਰੇ ਧਰਮ ਗ੍ਰੰਥ ਵੀ ਕਹਿੰਦਾ ਹੈ, ਜੋ ਕੋਈ ਉਹਨਾਂ 'ਤੇ ਵਿਸ਼ਵਾਸ ਕਰੇਗਾ ਸ਼ਰਮਿੰਦਾ ਨਹੀਂ ਹੋਵੇਗਾ। ਇਸ ਵਿੱਚ ਸਾਰੇ ਆ ਜਾਂਦੇ ਹਨ, ਕਿਉਂਕਿ ਹੁਣ ਯਹੂਦੀਆਂ ਅਤੇ ਦੂਜਿਆਂ ਲੋਕਾਂ ਵਿੱਚ ਕੋਈ ਫਰਕ ਨਹੀਂ ਹੈ। ਪਰਮੇਸ਼ਰ ਸਭ ਦਾ ਪ੍ਰਭੂ ਹੈ ਅਤੇ ਉਹਨਾਂ ਸਾਰਿਆਂ ਨੂੰ ਅਸੀਸਾਂ ਨਾਲ ਮਾਲ ਕਰਦਾ ਹੈ ਜਿਹੜੇ ਉਸ ਕੋਲ ਲੋੜਵੰਦ ਹੋ ਕੇ ਆਉਂਦੇ ਹਨ। ਜਿਸ ਤਰ੍ਹਾਂ ਧਰਮ ਗ੍ਰੰਥ ਸਾਨੂੰ ਦੱਸਦਾ ਹੈ, ਉਹ ਸਭ ਜੋ ਪ੍ਰਭੂ ਦਾ ਨਾਂ ਲੈਣਗੇ ਮੁਕਤੀ ਪ੍ਰਾਪਤ ਕਰਨਗੇ। ਪਰ ਉਹ ਉਸ ਦਾ ਨਾਂ ਕਿਸ ਤਰ੍ਹਾਂ ਲੈਣਗੇ ਜਦੋਂ ਕਿ ਉਹਨਾਂ ਉਸ ਉੱਤੇ ਵਿਸ਼ਵਾਸ ਹੀ ਨਹੀਂ ਕੀਤਾ, ਅਤੇ ਕਿਸ ਤਰ੍ਹਾਂ ਵਿਸ਼ਵਾਸ ਕਰਨਗੇ ਜਦੋਂ ਕਿ ਉਹਨਾਂ ਉਸ ਬਾਰੇ ਸੰਦੇਸ਼ ਹੀ ਨਹੀਂ ਸੁਣਿਆ, ਅਤੇ ਕਿਸ ਤਰ੍ਹਾਂ ਸੁਣਨਗੇ ਜਦੋਂ ਤੱਕ ਕੋਈ ਉਹਨਾਂ ਨੂੰ ਸੰਦੇਸ਼ ਹੀ ਨਾ ਸੁਣਾਵੇ। ਪਰ ਸੰਦੇਸ਼ ਕਿਸ ਤਰ੍ਹਾਂ ਸੁਣਾਇਆ ਜਾ ਸਕਦਾ ਹੈ ਜਦੋਂ ਤੱਕ ਕਿ ਸੰਦੇਸ਼ ਵਾਕ ਹੀ ਨਾ ਕੱਲੇ ਜਾਣ। ਇਸ ਬਾਰੇ ਧਰਮ ਗ੍ਰੰਥ ਦਾ ਵਾਕ ਹੈ, ਸ਼ੁਭ ਸਮਾਚਾਰ ਲਿਆਉਣ ਵਾਲਿਆਂ ਦਾ ਆਉਣਾ ਕਿੰਨਾ ਸੁਖਦਾਇਕ ਹੈ, ਪਰ ਸਭ ਨੇ ਸ਼ੁਭ ਸਮਾਚਾਰ ਨੂੰ ਸਵੀਕਾਰ ਨਹੀਂ ਕੀਤਾ ਹੈ। ਯਸਾਇਆ ਨਬੀ ਨੇ ਇਸ ਬਾਰੇ ਕਿਹਾ ਹੈ, ਪ੍ਰਭੂ ਜੀ ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ। ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਵਿਸ਼ਵਾਸ ਸੰਦੇਸ਼ ਦੇ ਸੁਣ ਅਤੇ ਮੰਨਣ ਦੁਆਰਾ ਪੈਦਾ ਹੁੰਦਾ ਹੈ, ਅਤੇ ਸੰਦੇਸ਼ ਮਸੀਹ ਦਾ ਪ੍ਰਚਾਰ ਹੈ। ਪਰ ਮੈਂ ਪੁੱਛਦਾ ਹਾਂ, ਕੀ ਇਹ ਸੱਚ ਹੈ ਕਿ ਉਹਨਾਂ ਸੰਦੇਸ਼ ਨਹੀਂ ਸੁਣਿਆ ਹੈ? ਜ਼ਰੂਰ ਸੁਣਿਆ ਹੈ। ਜਿਸ ਤਰ੍ਹਾਂ ਧਰਮ ਗ੍ਰੰਥ ਇਸ ਬਾਰੇ ਕਹਿੰਦਾ ਹੈ, ਉਹਨਾਂ ਦੀ ਆਵਾਜ਼ ਸਾਰੀ ਧਰਤੀ 'ਤੇ ਫੈਲ ਗਈ। ਉਹਨਾਂ ਦਾ ਸੰਦੇਸ਼ ਸੰਸਾਰ ਦੀ ਆਖਰੀ ਹੱਦ ਤੱਕ ਪਹੁੰਚ ਗਈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇ। ਮੇਰੇ ਭੈਣ ਭਰਾਵੋ, ਇਹ ਸੰਤ ਪੌਲੁਸ ਦੇ ਖਤ ਦੁਆਰਾ ਅਸੀਂ ਆਪਣੇ ਆਪ ਸੋਚ ਸਕਦੇ ਹਾਂ, ਸੋਚਣਾ ਹੈ ਕਿ ਅਸੀਂ ਪ੍ਰਭੂ ਵਿੱਚ ਕਿਸ ਤਰ੍ਹਾਂ ਆਏ ਹਾਂ। ਇਹ ਵਚਨ ਸਾਨੂੰ ਬਹੁਤ ਸੁੰਦਰ ਉੱਤਰ ਦਿੰਦੇ ਹਨ। ਮੁਕਤੀ ਸਾਡੇ ਨੇੜੇ ਹੀ ਹੈ, ਜਿਸ ਤਰ੍ਹਾਂ ਸਾਡੇ ਬੁੱਲ੍ਹ ਅਤੇ ਦਿਲ ਨੇੜੇ ਹਨ। ਕਈ ਵਾਰ ਅਸੀਂ ਸੋਚਦੇ ਹਾਂ ਕਿ ਇਹ ਬਹੁਤ ਗੁਲਝਣਦਾਰ ਕੰਮ ਹੈ, ਸਮਝ ਤੋਂ ਬਾਹਰ ਹੈ, ਪਰ ਨਹੀਂ। ਜੇਕਰ ਅਸੀਂ ਆਪਣੇ ਦਿਲ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਆਪਣੇ ਮੂੰਹੋਂ ਕਹਿੰਦੇ ਹਾਂ ਕਿ ਪ੍ਰਭੂ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਅਸੀਂ ਬਚਾਏ ਜਾਵਾਂਗੇ। ਦੂਜਿਆਂ ਨੂੰ ਵੀ ਪ੍ਰਭੂ ਯਿਸੂ ਮਸੀਹ ਬਾਰੇ ਦੱਸਣਾ ਹੈ। ਇੱਕ ਬਹੁਤ ਵੱਡੀ ਪ੍ਰਭਾਵਸ਼ਾਲੀ ਗਵਾਹੀ ਹੋਵੇਗੀ। ਸਾਨੂੰ ਦੂਜਿਆਂ ਨੂੰ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਬਾਰੇ
ਪੂਰਨ ਤੌਰ 'ਤੇ ਅਤੇ ਹਲੀਮੀ ਨਾਲ ਐਕਸਪਲੇਨ ਵਰਣਨ ਕਰਨਾ ਹੈ ਕਿ ਉਹ ਪ੍ਰਭੂ ਯਿਸੂ ਸਲੀਬ ਉੱਤੇ ਕਿਉਂ ਚੜ੍ਹਾਏ ਗਏ ਸਨ। ਉਹ ਸਾਡੇ ਪਾਪਾਂ ਨੂੰ ਮਾਫ ਕਰਾਉਣ ਲਈ ਮਰੇ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇ ਅਤੇ ਹੁਣ ਹਮੇਸ਼ਾ ਲਈ ਜਿਉਂਦੇ ਹਨ। ਇਹਨਾਂ ਵਚਨਾਂ ਦੇ ਬਾਰੇ ਅਸੀਂ ਆਪਣੇ ਦੂਸਰੇ ਭੈਣ ਭਰਾਵਾਂ ਨੂੰ ਵੀ ਸੁਣਾਉਣਾ ਹੈ। ਸੋ ਮੇਰੇ ਭੈਣ ਭਰਾਵੋ, ਸਾਨੂੰ ਨਾ ਵਿਸ਼ਵਾਸ ਕਰਨ ਵਾਲਿਆਂ ਦੇ ਦਿਲਾਂ ਨੂੰ ਪ੍ਰਭੂ ਪਰਮੇਸ਼ਰ ਨਾਲ ਜੋੜਨਾ ਹੈ ਅਤੇ ਪਵਿੱਤਰ ਬਾਈਬਲ ਦੇ ਵਚਨ ਸੁਣਾਉਣੇ ਹਨ। ਸਾਨੂੰ ਆਪਸ ਵਿੱਚ ਇੱਕ ਦੂਜੇ ਨਾਲ ਬਹਿਸ ਵੀ ਨਹੀਂ ਕਰਨੀ ਚਾਹੀਦੀ। ਸਾਨੂੰ ਸਭ ਨੂੰ ਮਿਲ ਕੇ ਇਕੱਠੇ ਹੋ ਕੇ ਪ੍ਰਭੂ ਪਰਮੇਸ਼ਰ ਦਾ ਰਾਜ ਸਥਾਪਿਤ ਕਰਨਾ ਹੈ। ਸਾਨੂੰ ਪ੍ਰਭੂ ਪਰਮੇਸ਼ਰ ਦੇ ਮੁਕਤੀ ਵਾਲੇ ਮੈਸੇਜ ਨੂੰ, ਸੰਦੇਸ਼ ਨੂੰ ਦੂਜਿਆਂ ਤੱਕ ਲੈ ਕੇ ਜਾਣਾ ਹੈ, ਇਸ ਲਈ ਕਿ ਉਹ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਜਵਾਬ ਦੇ ਸਕਦੇ ਹਨ। ਸਾਡੇ ਰਿਸ਼ਤੇਦਾਰ, ਭੈਣ ਭਰਾ ਜਾਂ ਗੁਆਂਢੀ ਪਰਮੇਸ਼ਰ ਦੇ ਵਚਨਾਂ ਨੂੰ ਕਿਸ ਤਰ੍ਹਾਂ ਸੁਣ ਸਕਦੇ ਹਨ ਜਾਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੇ ਹਨ ਜਦ ਤੱਕ ਕੋਈ ਉਹਨਾਂ ਨੂੰ ਵਚਨ ਹੀ ਨਾ ਦੱਸੇ ਜਾਂ ਸੁਣਾਵੇ। ਸੋ ਮੇਰੇ ਭੈਣ ਪ੍ਰਭੂ ਯਿਸੂ ਸਾਨੂੰ ਬੁਲਾ ਰਹੇ ਹਨ ਕਿ ਅਸੀਂ ਆਪਣੀ ਕਮਿਊਨਿਟੀ ਵਿੱਚ ਔਰ ਸੰਸਾਰ ਦੇ ਦੂਜੇ ਲੋਕਾਂ ਨੂੰ ਪ੍ਰਭੂ ਯਿਸੂ ਦੇ ਨਾਮ ਤੋਂ ਜਾਣੂ ਕਰਵਾਈਏ। ਜੇਕਰ ਕਿਸੇ ਨੂੰ ਪ੍ਰਭੂ ਪਰਮੇਸ਼ਰ ਦੇ ਵਚਨ ਸੁਣਨ ਦੀ ਲੋੜ ਹੈ, ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਪ੍ਰਭੂ ਯਿਸੂ ਬਾਰੇ ਦੱਸਣਾ ਹੈ, ਪਰਮੇਸ਼ਰ ਦੇ ਵਚਨਾਂ ਨੂੰ ਜਾਂ ਸ਼ੁਭ ਸਮਾਚਾਰ ਨੂੰ ਜਿੰਨੀ ਵੀ ਜਲਦੀ ਹੋ ਸਕੇ ਸਭ ਲੋਕਾਂ ਤੱਕ ਲੈ ਕੇ ਜਾਣਾ ਹੈ, ਉਹਨਾਂ ਨੂੰ ਸੁਣਾਉਣਾ ਹੈ। ਸੋ ਪਲੀਜ਼ ਪ੍ਰਭੂ ਯਿਸੂ ਪਰ ਵਿਸ਼ਵਾਸ ਕਰੋ, ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ ਤਾਂ ਪ੍ਰਭੂ ਆਪ ਸਭ ਨੂੰ ਤਾਂ ਮੈਨੂੰ ਵੀ ਸਵਰਗਾਂ ਦੇ ਭਾਗੀ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਆਪਦਾ ਬਾਬਾ ਧੰਨਵਾਦ ਕਰਦੇ, ਸ਼ੁਕਰ ਕਰਦੇ ਇਹਨਾਂ ਵਚਨਾਂ ਦਾ ਪ੍ਰਭੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪ੍ਰਭੂ ਯਿਸੂ ਜੀ। ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਿਹਾ, ਸੁਣ ਰਿਹਾ, ਸਭ ਨੂੰ ਆਸ਼ੀਰਵਾਦ ਬਰਕਤ ਦੇਣਾ, ਸਭ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਅਕਲ ਬੁੱਧੀ ਗਿਆਨ ਦੇਣਾ ਕਿ ਅਸੀਂ ਆਪਦੇ ਬਚਨਾਂ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਮੇਰੇ ਭਰਾ ਹੁਣ ਅਸੀਂ ਪੜ੍ਹਦੇ ਹਾਂ ਸੰਤ ਮਤੀ ਦੀ ਇੰਜੀਲ ਚੈਪਟਰ 4 18 ਤੋਂ 22 ਆਇਤਾਂ। ਸੋ ਮੈਥਿਊ ਚੈਪਟਰ 4 verses 18 till 22। I will make you fishers of men। ਪਰ ਯਿਸੂ 4 ਮਛੇਰਿਆਂ ਨੂੰ ਸੱਦਦੇ ਹਨ। ਜਦੋਂ ਯਿਸੂ ਗਲੀਲ ਦੀ ਝੀਲ ਦੇ ਕੰਢੇ 'ਤੇ ਜਾ ਰਹੇ ਸਨ ਤਾਂ ਉਹਨਾਂ ਨੇ 2 ਭਰਾਵਾਂ ਨੂੰ ਝੀਲ ਵਿੱਚੋਂ ਜਾਲ ਨਾਲ ਮੱਛੀਆਂ ਫੜਦੇ ਦੇਖਿਆ। ਉਹ ਦੋਵੇਂ ਸ਼ਮੌਨ, ਜਿਸ ਦਾ ਨਾਮ ਉਪਨਾਮ ਪਤਰਸ ਸੀ, ਅਤੇ ਉਸ ਦਾ ਭਰਾ ਅੰਦਰਿਆਸ ਸਨ। ਯਿਸੂ ਨੇ ਉਹਨਾਂ ਭਰਾਵਾਂ ਨੂੰ ਕਿਹਾ, ਮੇਰੇ ਨਾਲ ਆਓ, ਮੈਂ ਤੁਹਾਨੂੰ ਆਦਮੀਆਂ ਦੇ ਫੜਨ ਵਾਲਾ ਬਣਾਵਾਂਗਾ। ਉਹ ਦੋਵੇਂ ਜਾਲਾਂ ਨੂੰ ਛੱਡ ਕੇ ਉਹਨਾਂ ਦੇ ਚੇਲੇ ਬਣ ਗਏ। ਉਹ ਥੋੜ੍ਹਾ ਅੱਗੇ ਵਧੇ ਤਾਂ ਉਹਨਾਂ ਨੇ 2 ਹੋਰ ਭਰਾਵਾਂ ਯਾਕੂਬ ਅਤੇ ਯਹੂਨਾ ਨੂੰ ਦੇਖਿਆ, ਜੋ ਜਬਦੀ ਦੇ ਪੁੱਤਰ ਸਨ। ਉਹ ਦੋਵੇਂ ਬੇੜੀ ਵਿੱਚ ਆਪਣੇ ਪਿਤਾ ਜਬਦੀ ਨਾਲ ਆਪਣੇ ਜਾਲਾਂ ਨੂੰ ਸੁਧਾਰ ਰਹੇ ਸਨ। ਯਿਸੂ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ। ਉਹ ਦੋਵੇਂ ਭਰਾ ਵੀ ਤੁਰੰਤ ਬੇੜੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਯਿਸੂ ਦੇ ਚੇਲੇ ਬਣ ਗਏ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਗਲੀਲ ਦਾ ਸਮੁੰਦਰ ਸੱਚਮੁੱਚ ਇੱਕ ਬਹੁਤ ਵੱਡਾ ਝੀਲ ਦੇ ਵਾਂਗ ਹੈ। ਪ੍ਰਭੂ ਯਿਸੂ ਦੇ ਸਮੇਂ ਵਿੱਚ ਇਹ ਝੀਲ ਮੱਛੀਆਂ ਫੜਨ ਵਾਲੇ 30 ਸ਼ਹਿਰਾਂ ਨਾਲ ਘਿਰੀ ਹੋਈ ਸੀ ਅਤੇ ਕਫਰਨਹੂਮ ਇੱਕ ਬਹੁਤ ਵੱਡਾ ਸ਼ਹਿਰ ਸੀ। ਇਹ ਮੱਛੀਆਂ ਫੜਨ ਵਾਲੇ ਆਦਮੀਆਂ ਜੋ ਪ੍ਰਭੂ ਯਿਸੂ ਨੂੰ ਇਹ ਮਿਲੇ ਸਨ, ਹੋ ਸਕਦਾ ਹੈ ਪਹਿਲਾਂ ਹੀ ਪ੍ਰਭੂ ਯਿਸੂ ਨੂੰ ਜਾਣਦੇ ਹੋਣ। ਪ੍ਰਭੂ ਯਿਸੂ ਨੇ ਪਹਿਲਾਂ ਪਤਰਸ ਅਤੇ ਉਸਦੇ ਭਰਾ ਅੰਦਰਿਆਸ ਨਾਲ ਗੱਲਾਂ ਕੀਤੀਆਂ ਸਨ। ਅਸੀਂ ਪੜ੍ਹ ਸਕਦੇ ਹਾਂ ਸੰਤ ਯਹੂਨਾ ਦੀ ਇੰਜੀਲ ਚੈਪਟਰ 1 35 ਤੋਂ 42 ਆਇਤਾਂ।
St. John chapter 1 verses 35 till 42। ਪਰ ਯਿਸੂ ਉਸ ਇਲਾਕੇ ਵਿੱਚ ਪ੍ਰਚਾਰ ਕਰ ਰਿਹਾ ਸੀ। ਪਰ ਯਿਸੂ ਨੇ ਜਦੋਂ ਉਹਨਾਂ ਨੂੰ ਬੁਲਾਇਆ, ਉਹ ਜਾਣਦੇ ਸਨ ਕਿ ਇਹ ਆਦਮੀ ਕੌਣ ਹੈ, ਅਤੇ ਦੋਨੇ ਭਰਾ ਪ੍ਰਭੂ ਯਿਸੂ ਦੇ ਪਿੱਛੇ ਜਾਣ ਲਈ ਦਿਲੋਂ ਖੁਸ਼ ਸਨ। ਪਰ ਯਿਸੂ ਨੇ ਪਤਰਸ ਅਤੇ ਅੰਦਰਿਆਸ ਨੂੰ ਕਿਹਾ, ਆਪਣੇ ਮੱਛੀਆਂ ਫੜਨ ਵਾਲੇ ਧੰਦੇ ਨੂੰ ਛੱਡ ਦਿਓ ਅਤੇ ਲੋਕਾਂ ਨੂੰ ਫੜਨ ਵਾਲਾ ਧੰਦਾ ਸ਼ੁਰੂ ਕਰੋ, ਭਾਵ ਕਿ ਦੂਜਿਆਂ ਲੋਕਾਂ ਨੂੰ ਪ੍ਰਭੂ ਪਰਮੇਸ਼ਰ ਦੇ ਕੋਲ ਲੈ ਕੇ ਆਓ। ਪ੍ਰਭੂ ਯਿਸੂ ਉਹਨਾਂ ਨੂੰ ਰੂਹਾਨੀ ਪੈਦਾਵਾਰ ਲਈ ਪੁਕਾਰ ਰਿਹਾ ਸੀ, ਸਪਿਰਚੁਅਲੀ ਪ੍ਰੋਡਕਟਿਵ। ਮੇਰੇ ਭੈਣ ਭਰਾਵੋ, ਸਾਨੂੰ ਸਭ ਨੂੰ ਜੋ ਵਿਸ਼ਵਾਸੀ ਹਨ, ਦੂਸਰਿਆਂ ਦੀਆਂ ਰੂਹਾਂ ਨੂੰ ਫੜਨਾ ਅਤੇ ਉਹਨਾਂ ਨੂੰ ਬਚਾਉਣਾ ਹੈ, ਜੋ ਅਜੇ ਵੀ ਹਨੇਰੇ ਵਿੱਚ ਹਨ, ਸ਼ੈਤਾਨ ਦੇ ਹੱਥ ਵਿੱਚ ਹਨ, ਜਾਂ ਪਰਮੇਸ਼ਰ ਪਰ ਵਿਸ਼ਵਾਸ ਨਹੀਂ ਕਰਦੇ। ਜੇਕਰ ਅਸੀਂ ਪ੍ਰਭੂ ਯਿਸੂ ਦੀ ਸਿੱਖਿਆ ਦਾ ਪ੍ਰਚਾਰ ਕਰਦੇ ਹਾਂ ਅਤੇ ਪਰਮੇਸ਼ਰ ਦਾ ਸ਼ੁਭ ਸਮਾਚਾਰ ਦੂਜਿਆਂ ਭੈਣ ਭਰਾਵਾਂ ਨਾਲ ਸ਼ੇਅਰ ਕਰਦੇ ਹਾਂ, ਤਾਂ ਅਸੀਂ ਉਹਨਾਂ ਨੂੰ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਕੋਲ ਲਿਆਉਣ ਦੇ ਯੋਗ ਬਣ ਜਾਵਾਂਗੇ। ਜਿਸ ਤਰ੍ਹਾਂ ਇੱਕ ਮੱਛੀਆਂ ਫੜਨ ਵਾਲਾ ਆਪਣੇ ਜਾਲ ਦੇ ਨਾਲ ਮੱਛੀ ਫੜ ਕੇ ਕਿਸ਼ਤੀ ਵਿੱਚ ਖਿੱਚ ਕੇ ਲੈ ਆਉਂਦਾ ਹੈ। ਯਾਕੂਬ ਅਤੇ ਉਸ ਦਾ ਭਰਾ ਯੂਹੰਨਾ, ਪਤਰਸ ਅਤੇ ਅੰਦਰਿਆਸ ਦੇ ਨਾਲ ਇਹ ਪਹਿਲੇ ਚੇਲੇ ਸਨ। ਪ੍ਰਭੂ ਯਿਸੂ ਦੇ ਇਹ ਪਹਿਲੇ ਚੇਲੇ ਸਨ, ਜਿਨ੍ਹਾਂ ਨੂੰ ਪ੍ਰਭੂ ਯਿਸੂ ਨੇ ਉਸ ਨਾਲ ਕੰਮ ਕਰਨ ਲਈ ਬੁਲਾਇਆ ਸੀ। ਪ੍ਰਭੂ ਯਿਸੂ ਦੀ ਬੁਲਾਹਟ ਨੇ ਇਹਨਾਂ ਮਾਛੀਆਂ ਦੇ ਦਿਲਾਂ ਨੂੰ ਬਦਲ ਦਿੱਤਾ ਅਤੇ ਉਹ ਉਸੇ ਸਮੇਂ ਹੀ ਸਭ ਕੁਝ ਛੱਡ ਕੇ ਪ੍ਰਭੂ ਯਿਸੂ ਦੇ ਪਿੱਛੇ ਚੱਲ ਪਏ। ਉਹਨਾਂ ਨੇ ਕੋਈ ਬਹਾਨਾ ਨਹੀਂ ਬਣਾਇਆ ਕਿ ਕੰਮ ਕਿਉਂ ਛੱਡੀਏ ਜਾਂ ਨਾ ਛੱਡੀਏ। ਮੇਰੇ ਭੈਣ ਪ੍ਰਭੂ ਯਿਸੂ ਸਾਨੂੰ ਵੀ ਹਰ ਇੱਕ ਨੂੰ ਬੁਲਾਉਂਦੇ ਹਨ ਕਿ ਅਸੀਂ ਵੀ ਉਸ ਦੇ ਪਿੱਛੇ ਚੱਲੀਏ, ਉਸ ਉੱਪਰ ਵਿਸ਼ਵਾਸ ਕਰੀਏ। ਪ੍ਰਭੂ ਯਿਸੂ ਜਦੋਂ ਸਾਨੂੰ ਵੀ ਉਸ ਦੀ ਸੇਵਾ ਕਰਨ ਲਈ ਬੁਲਾਉਂਦਾ ਹੈ, ਤਾਂ ਸਾਨੂੰ ਵੀ ਉਸ ਦੇ ਚੇਲਿਆਂ ਵਾਂਗ ਬਣਨਾ ਹੈ ਅਤੇ ਉਸੇ ਸਮੇਂ ਹੀ ਕਰਨਾ ਹੈ। ਪ੍ਰਭੂ ਆਪਣੇ ਚੇਲਿਆਂ ਵਾਂਗ ਸਾਨੂੰ ਵੀ ਹਮੇਸ਼ਾ ਦੀ ਜ਼ਿੰਦਗੀ ਬਖਸ਼ੇਗਾ, ਜਿਸ ਤਰ੍ਹਾਂ ਉਹ ਸਭ ਸਵਰਗਾਂ ਵਿੱਚ ਪ੍ਰਭੂ ਪਰਮੇਸ਼ਰ ਦੇ ਕੋਲ ਹੈ, ਅਸੀਂ ਵੀ ਪ੍ਰਭੂ ਦੇ ਕੋਲ ਹੋਵਾਂਗੇ। ਸੋ ਮੇਰੇ ਭੈਣ ਪ੍ਰਭੂ ਯਿਸੂ ਪਰ ਵਿਸ਼ਵਾਸ ਕਰੋ, ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ ਅਤੇ ਵਿਸ਼ਵਾਸ ਰੱਖ ਕੇ ਪ੍ਰਾਰਥਨਾ ਕਰਦੇ ਰਹੋ। ਆਪਣੇ ਆਪਣੇ ਪਾਪਾਂ ਤੋਂ ਪਛਤਾਵਾ ਕਰਕੇ ਪ੍ਰਭੂ ਦੇ ਅੱਗੇ ਦੁਆਵਾਂ ਕਰੋ, ਬੇਨਤੀਆਂ ਕਰੋ। ਪ੍ਰਭੂ ਆਪ ਸਭ ਨੂੰ ਅਤੇ ਮੈਨੂੰ ਵੀ ਮਾਫ਼ ਕਰਕੇ ਸਵਰਗਾਂ ਦੀ ਸੰਤਾਨ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਧੰਨਵਾਦ ਯਿਸੂ। ਅਸੀਂ ਆਪ ਦਾ ਬਹੁਤ ਧੰਨਵਾਦ ਕਰਦੇ, ਸ਼ੁਕਰ ਕਰਦੇ ਹਾਂ ਅੱਜ ਦੇ ਵਕਤ ਦੇ ਸਮੇਂ ਪ੍ਰਭੂ ਜੀ ਇਹਨਾਂ ਵਚਨਾਂ ਦਾ ਧੰਨਵਾਦ ਕਰਦੇ ਹਾਂ ਯਿਸੂ। ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ ਯਿਸੂ। ਅਸੀਂ ਆਪ ਦਾ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਸਾਨੂੰ ਅੱਜ ਤੱਕ ਸਾਡੇ ਵਿਸ਼ਵਾਸ ਵਿੱਚ ਸਾਨੂੰ ਪੱਕੇ ਰੱਖਿਆ ਪ੍ਰਭੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਆਉਣ ਵਾਲੇ ਵਕਤ ਵਿੱਚ ਸਾਡੇ ਸਭ ਭੈਣ ਭਰਾਵਾਂ ਦੀ ਮਦਦ ਕਰਨੀ, ਸਹਾਇਤਾ ਕਰਨੀ ਪ੍ਰਭੂ ਜੀ। ਪਵਿੱਤਰ ਆਤਮਾ ਨੇ ਸਾਡੀ ਅਗਵਾਈ ਕਰਨੀ, ਮੂੰਹ ਦੇ ਵਿੱਚ ਚੰਗੇ ਚੰਗੇ ਵਚਨ ਪਾਉਣੇ, ਬੋਲਣ ਸਮੇਂ, ਪ੍ਰਾਰਥਨਾ ਕਰਨ ਸਮੇਂ ਪਵਿੱਤਰ ਆਤਮਾ ਰਾਹੀਂ ਸਾਡੀ ਅਗਵਾਈ ਕਰਨੀ ਪ੍ਰਭੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀਸਸ। ਧੰਨਵਾਦ ਯਿਸੂ, ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀਸਸ। ਧੰਨਵਾਦ ਯਿਸੂ। ਪ੍ਰੇਜ਼ ਦ ਲੋਰਡ ਜੀਸਸ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ। ਪ੍ਰੇਜ਼ ਦ ਲੋਰਡ। ਪ੍ਰਭੂ ਦੇ ਪਿੱਤਰ ਚਰਨ 'ਚ ਦੁਆ ਕਰੀਏ, ਬੇਨਤੀਆਂ ਕਰੀਏ। Hallelujah, hallelujah, hallelujah. Thank you, Pitta Parmeshwar. Hallelujah, hallelujah. Heavenly Father, mighty God, we worship you, glorify you. Have mercy on us, Lord. Heavenly Lord Jesus, Heavenly Lord Jesus, thank you, Jesus. Tanwad Jesus, thank you, Jesus, your Savior of the whole world, Lord Jesus. We believe you're trusting, Lord Jesus. Thank you, Jesus. Thank you, Jesus. Thank you for your holy blood, Lord Jesus. Thank you, Jesus. Thank you for your Holy Spirit, Lord Jesus. You have forgiven our sins, Lord Jesus. You give us our new life, Lord Jesus.
थैंक यू जीसस, धन्यवाद प्रभु यीशु। थैंक यू पिता परमेश्वर, थैंक यू पिता परमेश्वर। पूरी तरह ਜ਼ਮੀਨ ਦੇ ਅਸਮਾਨ ਦੇ ਪੈਦਾ ਕਰਨ ਵਾਲੇ ਸਰਵ ਸ਼ਕਤੀਮਾਨ ਸਾਡੇ ਮੁਕਤੀਦਾਤਾ ਯਿਸੂ ਮਸੀਹ, ਅਸੀਂ ਆਪ ਦੁਬਾਰਾ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਅੱਜ ਦੇ ਵਚਨਾਂ ਦੀ ਜੋ ਤੁਸੀਂ ਅੱਜ ਦੇ ਵਚਨ ਸਾਨੂੰ ਦਿੱਤੇ ਹਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਇਸ ਸਮੇਂ ਲਈ ਧੰਨਵਾਦ ਕਰਦੇ ਹਾਂ ਪ੍ਰਭੂ ਯੀਸ਼ੂ ਜੀ, ਜੋ ਤੁਸੀਂ ਸਾਨੂੰ ਇਹ ਸਮਝ ਦਾ ਦਿਨ ਦਿੱਤਾ ਹੈ। ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਹਾਂ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਹੇ ਸੁਣ ਰਹੇ ਪ੍ਰਭੂ ਯੀਸ਼ੂ ਨਾਮ ਸੀ ਆਪ ਦੇ ਪਿਤਰ ਚਰਨ 'ਚ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ ਸਾਡੇ ਸਭ ਤੇ ਨਾਮ ਕਰਨ ਦਇਆ ਕਰਨੀ, ਕਿਰਪਾ ਕਰਨੀ ਪ੍ਰਭੂ ਯੀਸ਼ੂ ਨਾਮ ਸੀ। ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਹਾਂ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ। ਆਦੇ ਵਚਨ ਸੱਚੇ ਪਿਤਰਾਂ ਧਨ ਹਨ ਪ੍ਰਭੂ ਯੀਸ਼ੂ ਜੀ, ਆਦੇ ਵਚਨ ਆਤਮਾ ਦੇ ਜੀਵਨ ਹਨ ਪ੍ਰਭੂ ਯੀਸ਼ੂ ਨਾਮ ਸੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ। ਹਾਲੇਲੂਇਆ। ਯੀਸ਼ੂ ਤੁਸੀਂ ਕਿਹਾ ਕਿ ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਰਹਿਣ ਤਾਂ ਜੋ ਕੁਝ ਵੀ ਤੁਸੀਂ ਚਾਹੋ ਅਤੇ ਮੰਗੋ ਤੁਹਾਡੇ ਲਈ ਹੋ ਜਾਵੇਗਾ। ਹਾਲੇਲੂਇਆ ਪ੍ਰਭੂ ਯੀਸ਼ੂ। ਥੈਂਕ ਯੂ, ਪ੍ਰੇਜ਼ ਲਾਰਡ ਜੀਸਸ। ਥੈਂਕ ਯੂ ਜੀਸਸ, ਪ੍ਰੇਜ਼ ਦਾ ਲਾਰਡ, ਪ੍ਰੇਜ਼ ਦਾ ਲਾਰਡ ਜੀਸਸ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪ੍ਰਭੂ ਯੀਸ਼ੂ। ਅਸੀਂ ਆਪਦੇ ਵਚਨਾਂ ਦੇ ਯਕੀਨ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਪ੍ਰਭੂ ਯੀਸ਼ੂ ਅਸੀਂ ਆਪਦੇ ਅੱਗੇ ਦੁਆਵਾਂ ਕਰਦੇ ਹਾਂ, ਬੇਨਤੀ ਕਰਦੇ ਹਾਂ ਆਪਣੇ ਬਿਮਾਰ ਭੈਣ ਭਰਾ ਪ੍ਰਭੂ ਯੀਸ਼ੂ ਜੀ, ਉਹਨਾਂ ਦਿਲ ਚੰਗਿਆਈ ਮੰਗਦੇ ਹਾਂ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ। ਹਾਲੇਲੂਇਆ ਯੀਸ਼ੂ, ਤੁਸੀਂ ਸਾਡੇ ਸਵਰਗੀ ਡਾਕਟਰ ਹੋ ਪ੍ਰਭੂ ਯੀਸ਼ੂ ਨਾਮ ਸੀ। ਆਪਦੇ ਇੱਕ ਵਚਨ ਦੇ ਨਾਲ ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਆ, ਤੰਦਰੁਸਤੀ ਮਿਲਦੀ ਹੈ, ਚੰਗਿਆਈ ਮਿਲਦੀ ਆ ਪ੍ਰਭੂ ਯੀਸ਼ੂ ਜੀ। ਅਤੇ ਸਾਡੇ ਭੈਣ ਭਰਾ ਘਰਾਂ ਵਿੱਚ ਬਾਹਰ ਹਨ ਜਾਂ ਹੌਸਪਿਟਲ 'ਚ ਬਾਹਰ ਪ੍ਰਭੂ ਯੀਸ਼ੂ, ਉਹਨਾਂ ਸਭ ਲਈ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਪ੍ਰਭੂ ਯੀਸ਼ੂ ਜੀ। ਉਹਨਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਦੇ ਸਿਰਾਂ ਨੂੰ ਤੰਦਰੁਸਤੀ ਚੰਗਿਆਈ ਬਖਸ਼ੋ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਹਾਲੇਲੂਇਆ। ਦੁਆ ਕਰਦੇ ਹਾਂ ਪ੍ਰਭੂ ਜੀ ਦੇ ਭਰਾ ਪਾਸਟਰ ਵੰਸ ਰਹੇ ਪ੍ਰਭੂ ਯੀਸ਼ੂ ਜੀ, ਜੋ ਵੀ ਉਸ ਦੇ ਸਿਰ ਦੁੱਖ ਦੀ ਬਿਮਾਰੀਆਂ ਪ੍ਰਭੂ ਯੀਸ਼ੂ ਜੀ ਆਪਦੇ ਪਿਤਾ ਨਾਲ ਛੂ ਕੇ ਉਹਨੂੰ ਤੰਦਰੁਸਤੀ ਚੰਗਿਆਈ ਬਖਸ਼ੋ ਪ੍ਰਭੂ ਯੀਸ਼ੂ ਜੀ। ਉਹ ਆਪਦਾ ਦਾਸ, ਆਪਦਾ ਪੁੱਤਰ ਹੈ, ਆਪਦਾ ਸੇਵਾਦਾਰ ਹੈ ਪ੍ਰਭੂ ਯੀਸ਼ੂ ਜੀ। ਪ੍ਰਭੂ ਯੀਸ਼ੂ ਉਸ 'ਤੇ ਰਹਿਮ ਕਰੋ, ਦਇਆ ਕਰੋ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ। ਨਰਸਾਂ ਲਈ, ਡਾਕਟਰਾਂ ਲਈ, ਹੌਸਪਿਟਲ 'ਚ ਕੰਮ ਕਰਨ ਵਾਲੇ ਭੈਣ ਭਰਾ ਦੁਆ ਕਰਦੇ ਹਾਂ ਪ੍ਰਭੂ ਯੀਸ਼ੂ ਜੀ, ਜੋ ਮਰੀਜ਼ਾਂ ਦੀ ਦੇਖਭਾਲ ਕਰਦੇ ਹਾਂ ਪ੍ਰਭੂ ਯੀਸ਼ੂ। ਪਵਿੱਤਰ ਆਤਮਾ ਨੇ ਉਹਨਾਂ ਦੀ ਅਗਵਾਈ ਕਰੋ, ਹਰ ਬਿਮਾਰੀ ਤੋਂ ਬਚਾ ਕੇ ਰੱਖੋ ਪ੍ਰਭੂ ਯੀਸ਼ੂ ਜੀ। ਥੈਂਕ ਯੂ ਜੀਸਸ। ਹਾਲੇਲੂਇਆ। ਹਾਲੇਲੂਇਆ ਯੀਸ਼ੂ ਨਾਮ ਸੀ ਅਸੀਂ ਦੁਆ ਕਰਦੇ ਹਾਂ ਵਿਧਵਾ ਭੈਣਾਂ, ਜਿੱਤੀ ਬੱਚਿਆਂ ਦੇ ਪ੍ਰਭੂ ਯੀਸ਼ੂ ਜੀ। ਪ੍ਰਭੂ ਯੀਸ਼ੂ ਨਾਮ ਸੀ ਤੁਸੀਂ ਮਹਾਨ ਸ਼ਕਤੀਸ਼ਾਲੀ ਪ੍ਰਭੂ ਯੀਸ਼ੂ, ਇਹਨਾਂ ਭੈਣ ਭਰਾ ਬੱਚਿਆਂ ਦੇ ਰਹਿਮ ਕਰਨਾ, ਦਇਆ ਕਰਨੀ, ਕਿਰਪਾ ਕਰਨੀ ਪ੍ਰਭੂ ਯੀਸ਼ੂ ਜੀ। ਇਹਨਾਂ ਦੀ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰਨਾ, ਆਉਣ ਵਾਲੇ ਸਮੇਂ 'ਚ ਇਹਨਾਂ ਦੀ ਸਹਾਇਤਾ ਹੋਣੀ, ਮਦਦ ਕਰਨੀ ਪ੍ਰਭੂ ਯੀਸ਼ੂ ਜੀ। ਗਰੀਬ ਲੋੜਾਂ ਦੇ ਭੈਣ ਭਰਾ ਦੀ ਦੁਆ ਕਰਦੇ ਹਾਂ ਪ੍ਰਭੂ ਯੀਸ਼ੂ ਜੀ, ਉਹਨਾਂ ਦੀ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰਨਾ। ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ, ਉਹਨਾਂ ਦੀ ਦੁਆ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਉਹਨਾਂ ਕੰਮ ਕਰਦੇ ਬਰਕਤ ਦਿਓ, ਉਹਨਾਂ ਘਰ ਵਿੱਚ ਸ਼ਾਂਤੀ ਦਿਓ, ਉਹਨਾਂ ਬੱਚਿਆਂ ਦੇ ਰਹਿਮ ਕਰੋ, ਦਇਆ ਕਰੋ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਹਾਲੇਲੂਇਆ। ਹਾਲੇਲੂਇਆ ਯੀਸ਼ੂ ਅਸੀਂ ਦੁਆ ਕਰਦੇ ਹਾਂ ਉਹਨਾਂ ਭੈਣਾਂ ਦੇ ਲਈ ਜਿਨ੍ਹਾਂ ਕੋਲ ਬੱਚਿਆਂ ਦੀ ਔਲਾਦ ਨਹੀਂ ਹੈ ਪ੍ਰਭੂ ਯੀਸ਼ੂ ਜੀ। ਪਲੀਜ਼ ਪ੍ਰਭੂ ਯੀਸ਼ੂ ਉਹਨਾਂ 'ਤੇ ਰਹਿਮ ਕਰੋ, ਦਇਆ ਕਰੋ, ਉਹਨਾਂ ਦੀ ਪ੍ਰਾਰਥਨਾ ਸੁਣੋ, ਉਹਨਾਂ ਦੇ ਬੱਚਿਆਂ ਦਾ ਵਰਦਾਨ ਦਿਓ ਪ੍ਰਭੂ ਯੀਸ਼ੂ ਜੀ। ਥੈਂਕ ਯੂ ਮਾਂ ਮਰੀਮ ਪ੍ਰਭੂ ਯੀਸ਼ੂ ਦੀ ਮਾਂ, ਸੰਤ ਦੀ ਮਾਂ ਟਰੀਜ਼ਾ, ਸੰਤ ਯੂਸਫ, ਸਾਰੇ ਸੰਤ ਦੇ ਫਰਿਸ਼ਤੇ ਹੋ। ਪਲੀਜ਼ ਇਹਨਾਂ ਭੈਣਾਂ ਲਈ ਪ੍ਰਭੂ ਯੀਸ਼ੂ ਦਾ ਦੁਆ ਕਰੋ, ਪ੍ਰਾਰਥਨਾ ਕਰੋ ਕਿ ਪ੍ਰਭੂ ਯੀਸ਼ੂ ਇਹਨਾਂ ਭੈਣਾਂ ਦੀ ਦੁਆ ਸੁਣੇ, ਪ੍ਰਾਰਥਨਾ ਸੁਣੇ, ਉਹ ਬੱਚਿਆਂ ਦਾ ਵਰਦਾਨ ਦੇਵੇ। ਹਾਲੇਲੂਇਆ। ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ। ਥੈਂਕ ਯੂ ਪ੍ਰਭੂ ਯੀਸ਼ੂ ਨਾਮ ਸੇ। ਥੈਂਕ ਯੂ ਜੀਸਸ। ਥੈਂਕ ਯੂ ਪ੍ਰਭੂ ਯੀਸ਼ੂ ਜੀ ਦੀ ਪਿਤਰ ਚਰਨ ਦੁਆ ਕਰਦੇ ਹਾਂ, ਪ੍ਰਚਾਰ ਕਰਨ ਵਾਲੇ ਭੈਣ ਭਰਾ ਯੀਸ਼ੂ ਜੀ, ਬਿਸ਼ਪ ਲੋਕ, ਫਾਦਰ ਲੋਕ, ਸਿਸਟਰ, ਪਾਸਟਰ ਲੋਕ, ਚਰਚਾਂ ਦੇ ਲੀਡਰ ਤੇਰੇ ਨਾਮ ਨੂੰ ਵਧਾਉਂਦੇ ਹਨ, ਤੇਰੇ ਨਾਮ ਨੂੰ ਫੈਲਾਉਂਦੇ ਹਨ ਪ੍ਰਭੂ ਯੀਸ਼ੂ ਜੀ। ਆਪਦਾ ਵਚਨ ਸ਼ੇਅਰ ਕਰਦੇ ਹਨ ਪ੍ਰਭੂ ਯੀਸ਼ੂ ਜੀ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਹਨ, ਗੀਤ ਗਾ ਕੇ, ਭਜਨ ਗਾ ਕੇ ਤੇਰੇ ਨਾਮ ਦੀ ਮਹਿਮਾ ਵਡਿਆਈ ਕਰਦੇ ਹਨ ਪ੍ਰਭੂ ਯੀਸ਼ੂ ਜੀ। ਉਹਨਾਂ ਸਭ ਤੇਰੇ ਨਾਮ ਕੋਲ ਦਇਆ ਕਰੋ, ਕਿਰਪਾ ਕਰੋ, ਪਵਿੱਤਰ ਆਤਮਾ ਦੀ ਅਗਵਾਈ ਕਰੋ, ਹਰ ਬਿਮਾਰੀ ਤੋਂ ਉਹਨਾਂ ਬਚਾ ਕਰੋ ਪ੍ਰਭੂ ਯੀਸ਼ੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ। ਦੁਆ ਕਰਦੇ ਹਾਂ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਤੇਰਾ ਵਚਨ ਸੁਣਾਉਂਦੇ ਸਮੇਂ ਪ੍ਰਭੂ ਯੀਸ਼ੂ ਜੀ, ਉਹਨਾਂ 'ਤੇ ਜ਼ੁਲਮ ਹੁੰਦੇ ਨੇ, ਅਤਿਆਚਾਰ ਹੁੰਦੇ ਪ੍ਰਭੂ ਯੀਸ਼ੂ ਜੀ, ਉਹਨਾਂ ਦੀ ਮਦਦ ਕਰਾਓ, ਸਹਾਇਤਾ ਕਰੋ, ਉਹਨਾਂ ਦੇ ਵਿਸ਼ਵਾਸ ਉਹਨਾਂ ਪੱਕੇ ਰੱਖੋ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ। ਹਾਲੇਲੂਇਆ ਯੀਸ਼ੂ। ਦੁਆ ਕਰਦੇ ਹਾਂ ਛੋਟੇ ਸਕੂਲ ਦੇ ਛੋਟੇ ਬੱਚਿਆਂ ਲਈ ਪ੍ਰਭੂ ਯੀਸ਼ੂ ਜੀ। ਪ੍ਰਭੂ ਯੀਸ਼ੂ ਉਹਨਾਂ ਬੱਚਿਆਂ ਨੂੰ ਪ੍ਰਭੂ ਯੀਸ਼ੂ ਹਰ ਬਿਮਾਰੀ ਤੋਂ ਬਚਾਇਆ ਕਰਨਾ, ਹਰ ਸ਼ੈਤਾਨੀ ਤਾਕਤ ਤੋਂ ਬਚਾਅ ਕਰਨਾ ਪ੍ਰਭੂ ਯੀਸ਼ੂ ਜੀ। ਉਹਨਾਂ ਦੇ ਸਾਥ, ਉਹਨਾਂ ਦੀ ਮਦਦ ਕਰਨੀ, ਉਹਨਾਂ ਦੀ ਪੜ੍ਹਾਈ ਵਿੱਚ, ਲਿਖਾਈ 'ਚ ਮਦਦ ਕਰਨੀ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ। ਹਾਲੇਲੂਇਆ ਯੀਸ਼ੂ। ਦੁਆ ਕਰਦੇ ਹਾਂ ਪ੍ਰਭੂ ਯੀਸ਼ੂ, ਜੇ ਸਾਡੇ ਨੌਜਵਾਨ ਬੱਚੇ ਡਰੁੱਗ ਕਰਦੇ ਹਨ, ਨਸ਼ਾ ਕਰਦੇ ਹਨ ਪ੍ਰਭੂ ਯੀਸ਼ੂ ਜੀ, ਪਲੀਜ਼ ਪ੍ਰਭੂ ਯੀਸ਼ੂ ਇਹ ਬੁਰੀਆਂ ਆਦਤਾਂ ਤੋਂ ਉਹਨਾਂ ਨੂੰ ਬਚਾ ਕੇ ਰੱਖੋ ਪ੍ਰਭੂ ਯੀਸ਼ੂ ਜੀ। ਉਹਨਾਂ ਦੀਆਂ ਚੰਗੀ ਚੰਗੀ ਸਿਹਤ ਪ੍ਰਭੂ ਯੀਸ਼ੂ ਉਹਨਾਂ ਦੀ ਚੰਗੀ ਚੰਗੀ ਉਹਨਾਂ ਨੂੰ ਵਿਚਾਰ ਦਿਓ, ਉਹਨਾਂ ਦੀ ਸਿਹਤਾਂ ਨੂੰ ਤੰਦਰੁਸਤੀ ਦਿਓ ਪ੍ਰਭੂ ਯੀਸ਼ੂ ਜੀ। ਆਪਦੇ ਪਿੱਤਰ ਘਰਾਂ ਵਿੱਚ ਉਹਨੂੰ ਲੈ ਕੇ ਜਾਓ ਪ੍ਰਭੂ ਯੀਸ਼ੂ ਜੀ ਨਾਮ ਸੀ। ਪਲੀਜ਼ ਪ੍ਰਭੂ ਯੀਸ਼ੂ ਉਹਨਾਂ ਸਭ ਤਰ੍ਹਾਂ ਕੋਲ ਦਇਆ ਕਰੋ, ਤੁਸੀਂ ਪਿਆਰ ਕਰਨ ਵਾਲੇ ਪ੍ਰਭੂ ਹੋ ਪ੍ਰਭੂ ਯੀਸ਼ੂ ਜੀ। ਸ਼ਾਂਤੀ ਦੇ ਰਾਜਕੁਮਾਰ ਹੋ, ਪ੍ਰਭੂਆਂ 'ਚੋਂ ਪ੍ਰਭੂ, ਰਾਜਿਆਂ 'ਚੋਂ ਰਾਜੂ ਹੋ ਪ੍ਰਭੂ ਯੀਸ਼ੂ। ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀ। ਹਾਲੇਲੂਇਆ। ਹਾਲੇਲੂਇਆ ਯੀਸ਼ੂ ਨਾਮ ਸੇ। ਤੇਰਾ ਨਾਮ ਪਵਿੱਤਰ ਸ਼ੁੱਧ ਹੈ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਅਸੀਂ ਦੁਆ ਕਰਦੇ ਹਾਂ ਉਹਨਾਂ ਸਭ ਭੈਣ ਭਰਾਵਾਂ ਲਈ ਜਿਹੜੇ ਅੱਜ ਵੀ ਹਨੇਰ ਵਿੱਚ ਸ਼ੈਤਾਨ ਦੇ ਹੱਥ ਵਿੱਚ ਹਨ, ਪ੍ਰਭੂ ਯੀਸ਼ੂ ਨਾਮ ਸੇ ਉਹਨਾਂ ਸਭ ਤੇ ਰਹਿਮ ਕਰੋ, ਦਇਆ ਕਰੋ, ਆਪਦੇ ਪਵਿੱਤਰ ਚਾਨਣ ਵਿੱਚ ਲੈ ਕੇ ਆਓ ਪ੍ਰਭੂ ਯੀਸ਼ੂ ਜੀ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ। 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 ਥੈਂਕ ਯੂ ਜੀਸਸ। ਆਪ ਸਵਰਗਾਂ 'ਚ ਆਪਦੇ ਪਿਤਾ ਸੱਜੇ ਪਾਸੇ ਬੈਠੇ ਹੋ, ਸਭ ਦੀ ਦੁਆ ਸੁਣਦੇ, ਸਾਡੀ ਦੁਆ ਸੁਣਨਾ ਕਬੂਲ ਕਰਨਾ, ਆਪਦੇ ਪਿਤਾ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰੇ ਮੰਗਦੇ ਹਾਂ। ਆਮੀਨ। ਹਾਲੇਲੂਇਆ। ਧੰਨਵਾਦ, ਧੰਨਵਾਦ ਪ੍ਰਭੂ ਯੀਸ਼ੂ। ਥੈਂਕ ਯੂ ਜੀਸਸ। ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯੀਸ਼ੂ। ਥੈਂਕ ਯੂ ਜੀਸਸ। ਹਾਲੇਲੂਇਆ। ਧੰਨਵਾਦ, ਧੰਨਵਾਦ ਪ੍ਰਭੂ ਯੀਸ਼ੂ। ਥੈਂਕ ਯੂ ਜੀਸਸ।
प्रभु यीशु मसीह सिखाई प्रार्थना ऐ साढ़े बाप जो तू आसमान ते है तेरा नाम पाक मने जावे तेरा राज जावे तेरी मर्जी जिहड़ी आसमान ते पूरी हुंदी है जमीन ते पूरी होवे साडी रोज़ दी रोटी सानू अज दे साडे कसूर सानू माफ़ कर जिस तरह असीं अपने कसूर माफ़ करदे हां सानू जमैश विच ना पा सगों बुराई तो बचा क्योंकि बादशाह कुदरत ते जलाल सदा ते हमेशा आपदे हन आमीन। मां मरियम प्रभु यीशु दी मां साडी मां संत मां टरीजा संत जोसफ संत माइकल संत जबरै संत फाइल सारे संत ਅਤੇ ਫਰਿਸ਼ਤਿਆਂ ਨੂੰ ਅਸੀਂ ਸਪਰਸ਼ ਕਰਦੇ ਹਨ ਕਿਉਂਕਿ ਇਹ ਸਭ ਸਵਰਗ 'ਚ ਹਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਅੱਗੇ ਦੁਆ ਕਰੋ ਪ੍ਰਾਰਥਨਾ ਕਰੋ ਜਿੰਨੇ ਵੀ ਸਾਡੇ ਭੈਣ ਭਰਾ ਘਰਾਂ ਵਿੱਚ ਬਿਮਾਰ ਹਨ ਜਾਂ ਹਸਪਤਾਲ 'ਚ ਬਿਮਾਰ ਹਨ ਪ੍ਰਭੂ ਯਿਸੂ ਉਹਨਾਂ ਸਭ 'ਤੇ ਰਹਿਮ ਕਰ ਦਇਆ ਕਰੇ ਕਿਰਪਾ ਕਰੇ ਉਹਨਾਂ ਦੀ ਬਿਮਾਰੀ ਤੋਂ ਉਹਨਾਂ ਨੂੰ ਸ਼ਿਫਾ ਦੇਵੇ ਆਮੀਨ ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ ਥੈਂਕ ਯੂ ਜੀਸਸ। ਸਲਾਮ ਹੈ ਮਰੀਮ ਫਜਰ ਨਾ ਪਰੇ ਖੁਦਾਵੰਦ ਤੇਰੇ ਨਾਲ ਹੈ ਤੂੰ ਔਰਤਾਂ ਵਿੱਚੋਂ ਧੰਨ ਤੇਰੇ ਪੇਟ ਦਾ ਫਲ ਯਿਸੂ। ਐਜ਼ਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤਾਂ ਸਾਡੀ ਮੌਤ ਦੇ ਵੇਲੇ ਆਮੀਨ। ਬਾਪ ਬੇਟਾ ਤੇ ਰੂਪਾ ਦੀ ਵਡਿਆਈ ਹੋਵੇ ਜਿਹੜੀ ਮੁੱਢੋਂ ਸੰਤਾ ਹਮੇਸ਼ਾ ਹੋਵੇਗੀ ਆਮੀਨ। ਐ ਮਿਹਨਤ ਮੇਵਾ ਯਿਸੂ ਸਾਡੇ ਗੁਨਾਹ ਸਾਨੂੰ ਮਾਫ ਕਰ ਨਰਕ ਦੀ ਅੱਗ ਤੋਂ ਸਾਨੂੰ ਬਚਾ ਸਭ ਰੂਹਾਂ ਨੂੰ ਸੁਰਗ ਖਿੱਚ ਲੈ ਖਾਸ ਕਰਕੇ ਉਹਨਾਂ ਤੇ ਰਹਿਮਤ ਦੇ ਬਹੁਤ ਲੋੜਵੰਦ ਹਨ ਆਮੀਨ ਹਾਲੇਲੂਇਆ। ਧੰਨਵਾਦ ਯਿਸੂ ਥੈਂਕ ਯੂ ਜੀਸਸ ਹਾਲੇਲੂਇਆ 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 ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦਇਆ ਤੇ ਸ਼ਾਂਤੀ ਪਰਮੇਸ਼ਰ ਦਾ ਪਿਆਰ ਪਵਿੱਤਰ ਆਤਮਾ ਦੀ ਸੰਗਤ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ ਆਮੀਨ। ਥੈਂਕ ਯੂ ਜੀਸਸ ਥੈਂਕ ਯੂ ਗੋਡ ਬਲੈਸ ਯੂ ਬਾਪ ਬੇਟਾ ਤੇ ਰੂਪਾ ਦੇ ਨਾਮ ਤੇ ਆਮੀਨ। In the name of Father, Son and the Holy Spirit. Amen.